ਹੈਲੋ ਸਟੂਡੈਂਟ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਬੱਚੇ, ਅੱਜ ਆਪਾਂ ਕਲਾਸ +1 ਦੇ ਰਿਵੀਜ਼ਨ ਟੈਸਟ ਪੇਪਰ ਜਾਂ ਜਿਹੜੇ ਪਹਿਲੇ 3 ਸੈਂਪਲ ਪੇਪਰ ਆ, ਠੀਕ ਹੈ, ਉਹ ਸਮਝਾਂਗੇ। ਵੈਸੇ ਤਾਂ ਇਹ ਸੋਲਵ ਕੀਤੇ ਹੋਏ ਆ, ਪਰ ਇਹਨਾਂ ਦੇ ਮਤਲਬ ਕੰਸੈਪਟ ਪਤਾ ਹੋਣਾ ਚਾਹੀਦਾ, ਕੀ ਕੰਸੈਪਟ ਲੱਗਿਆ ਹੋਇਆ, ਠੀਕ ਹੈ। ਤਾਂ ਇਹ ਅੱਜ ਆਪਾਂ ਡਿਸਕਸ ਕਰਦੇ ਹਾਂ। 3 ਸੈਂਪਲ ਪੇਪਰ ਕਰਾਂਗੇ ਡਿਸਕਸ। ਤਾਂ ਫਸਟ ਕੁਐਸਚਨ, ਨੰਬਰ ਆਫ ਸਿਗਨੀਫਿਕੈਂਟ ਫਿਗਰ ਫਾਈਂਡ ਕਰਨਾ ਆਉਂਦਾ ਹੀ ਆ, ਠੀਕ ਹੈ। ਤਾਂ ਜਿਵੇਂ ਆਪਾਂ ਨੂੰ ਆ ਦਿੱਤੀ ਹੋਈ ਵੈਲਿਊ, ਤਾਂ ਰੂਲ ਹੁੰਦਾ ਜਿਵੇਂ ਆਹ ਡੈਸੀਮਲ ਆ, ਡੈਸੀਮਲ ਤੋਂ ਬਾਅਦ ਦੀ 0 ਨਹੀਂ ਕਾਊਂਟ ਕਰੀਦੀ। ਉਸ ਤੋਂ ਬਾਅਦ ਅਗਰ ਡਿਜਿਟ ਆ ਗਿਆ, ਅਗਰ 0 ਆ, ਠੀਕ ਹੈ ਜੀ, ਚਾਹੇ ਫਿਰ ਜਿੰਨੀਆਂ ਮਰਜ਼ੀ 0 ਹੋਣ ਫਿਰ ਕਾਊਂਟ ਕਰੀਦੀਆਂ। ਹੁਣ ਇੱਥੇ 0 ਨਹੀਂ ਸੀਗੀ, ਇੱਥੇ 1 ਸੀਗਾ, ਤਾਂ 1 2 3 ਸਿਗਨੀਫਿਕੈਂਟ ਫਿਗਰ ਆ ਗਈਆਂ ਇੱਥੇ, ਠੀਕ ਹੈ ਜੀ। ਸੁਕਰੋਜ਼ ਦਾ ਇੰਪੈਰੀਕਲ ਫਾਰਮੂਲਾ, ਸੁਕਰੋਜ਼ ਦਾ ਮੋਲੀਕੂਲਰ ਫਾਰਮੂਲਾ ਹੁੰਦਾ C12H22O11। ਜ਼ਰੂਰੀ ਨਹੀਂ ਵੀ ਤੁਹਾਨੂੰ ਪਰਸੈਂਟੇਜ ਦੇ ਕੇ ਆਪਾਂ ਫਾਈਂਡ ਕਰਨਾ ਹੁੰਦਾ। ਅਗਰ ਆਪਾਂ ਨੂੰ ਮੋਲੀਕੂਲਰ ਫਾਰਮੂਲਾ ਪਤਾ ਆ ਤਾਂ ਆਪਾਂ ਉਹ ਤੋਂ ਇੰਪੈਰੀਕਲ ਫਾਰਮੂਲਾ ਵੀ ਫਾਈਂਡ ਕਰ ਸਕਦੇ ਹਾਂ। ਬਟ ਜਿੱਦਾਂ ਨੂਮੈਰੀਕਲਸ ਅਲੱਗ ਤਰੀਕੇ ਨਾਲ ਦਿੱਤੇ ਹੁੰਦੇ, ਜਿਹਦੇ 'ਚ ਪਰਸੈਂਟੇਜ ਦਿੱਤੀ ਹੁੰਦੀ ਆ, ਉਹਦੇ 'ਚ ਪ੍ਰੋਪਰ ਜਿਹੜਾ ਆਪਾਂ ਰੂਲ ਫੋਲੋ ਕਰਦੇ ਹਾਂ ਕਿ ਪਹਿਲਾਂ ਉਹਦੇ ਨੰਬਰ ਆਫ ਮੋਲਸ ਕੱਢਣੇ ਆ, ਫਿਰ ਹੋਲ ਰੇਸ਼ੋ ਕੱਢਣੀ ਆ, ਫਿਰ n ਨੰਬਰ ਫਾਈਂਡ ਕਰਨਾ, ਫਿਰ ਇੰਪੈਰੀਕਲ ਮਾਸ ਫਾਈਂਡ ਕਰਨਾ। ਬਟ ਹੇਅਰ ਉਹਨਾਂ ਨੇ ਜਸਟ ਇੰਪੈਰੀਕਲ ਫਾਰਮੂਲਾ ਪੁੱਛਿਆ। ਤਾਂ ਇਹਦੇ 'ਚ ਕਿੱਦਾਂ ਕਰ ਸਕਦੇ ਹਾਂ, ਆਪਾਂ ਨੂੰ ਮੋਲੀਕੂਲਰ ਫਾਰਮੂਲਾ ਪਤਾ ਹੋਣਾ ਚਾਹੀਦਾ। ਇੰਪੈਰੀਕਲ ਫਾਰਮੂਲਾ ਇਜ਼ ਦੀ ਸਿੰਪਲ ਹੋਲ ਰੇਸ਼ੋ। ਤਾਂ ਹੁਣ ਇੱਥੇ ਕਾਰਬਨ 12 ਨੇ, ਹਾਈਡਰੋਜਨ 22 ਆ, ਆਕਸੀਜਨ 11 ਆ। ਤਾਂ ਇੱਕ ਆਹ ਦੋ ਜਿਹੜੇ ਆ ਇਹ ਈਵਨ ਨੰਬਰ ਆ, 11 ਜਿਹੜਾ ਹੈ ਔਡ ਨੰਬਰ ਆ। ਤਾਂ ਕਿਸੇ ਵੀ ਇੱਕ ਪਰਟੀਕੂਲਰ ਨੰਬਰ ਨਾਲ ਡਿਵਾਈਡ ਹੋ ਕੇ ਹੋਲ ਰੇਸ਼ੋ ਨਹੀਂ ਦੇਣਗੇ। ਤਾਂ ਇਹਦਾ ਇੰਪੈਰੀਕਲ ਫਾਰਮੂਲਾ ਐਂਡ ਮੋਲੀਕੂਲਰ ਫਾਰਮੂਲਾ ਸੇਮ ਹੋ ਗਿਆ, C12H22O11। ਨਾਓ ਨੰਬਰ ਆਫ ਮੋਲੀਕੂਲ ਇਨ 16 ਗ੍ਰਾਮ ਆਫ ਮਿਥੇਨ। ਤਾਂ ਇਹ ਕੁਐਸਚਨ ਆਇਆ ਸੀਗਾ, ਜਿਹੜਾ ਟੈਸਟ ਹੋਇਆ ਰਿਵੀਜ਼ਨ ਟੈਸਟ ਪੇਪਰ ਪਰਸੋਂ ਹੋਇਆ ਸੀਗਾ ਜਿਹੜਾ। ਤਾਂ 16 ਗ੍ਰਾਮ ਆਫ ਮਿਥੇਨ ਮਤਲਬ ਮਿਥੇਨ CH4, ਤਾਂ ਇਹਦਾ ਵੇਟ ਐਕਚੁਅਲ ਵੇਟ ਹੀ 16 ਗ੍ਰਾਮ ਹੋ ਗਿਆ। ਤਾਂ ਮਤਲਬ 1 ਮੋਲ, ਤਾਂ 1 ਮੋਲ 'ਚ ਕਿੰਨੇ ਐਟਮਸ ਹੁੰਦੇ ਆ? 6.022 × 10⁻23। ਵਟ ਇਜ਼ ਦੀ ਮੋਲੈਰਿਟੀ ਆਫ ਪਿਓਰ ਵਾਟਰ? ਤਾਂ ਜਿਹੜੀ ਮੋਲੈਰਿਟੀ ਹੁੰਦੀ ਹੈ ਪਿਓਰ, ਇੱਥੇ ਮੋਲੈਰਿਟੀ ਆਏਗਾ, ਮੋਲੈਰਿਟੀ ਆਫ ਪਿਓਰ ਵਾਟਰ ਇਜ਼ 55.5, ਵਿਚ ਇਜ਼ ਕਰੈਕਟ। ਤਾਂ ਜਿਹੜਾ 1 ਆਰਮਸਟਰੋਂਗ ਆ, 1 ਆਰਮਸਟਰੋਂਗ 'ਚ ਆਪਣੇ ਕੋਲ 10⁻10 ਹੀ ਹੁੰਦੇ ਆ। 1 ਨੈਨੋਮੀਟਰ 'ਚ ਆਪਣੇ ਕੋਲ 10⁻9 ਹੁੰਦੇ ਆ। ਤਾਂ ਕਰੈਕਟ ਵਨ ਇਜ਼ 1 ਆਰਮਸਟਰੋਂਗ ਇਜ਼ ਇਕੁਅਲ ਟੂ 10⁻10 ਮੀਟਰ। ਵਿਚ ਆਫ ਦੀ ਫੋਲੋਇੰਗ ਡਜ਼ ਨੋਟ ਮੇਕ ਸੈਂਸ? ਤਾਂ ਜਿਹੜੇ ਐਸ ਹੁੰਦੇ ਆ, ਐਸ ਸਟਾਰਟ ਹੁੰਦੇ ਆ 1 ਤੋਂ, P ਸਟਾਰਟ ਹੁੰਦੇ ਆ 2 ਤੋਂ, D ਸਟਾਰਟ ਹੁੰਦੇ ਆ 3 ਤੋਂ, ਔਰ F ਔਰਬਿਟਲ ਸਟਾਰਟ ਹੁੰਦੇ ਆ 4 ਤੋਂ, N ਦੀ ਵੈਲਿਊਜ਼, ਠੀਕ ਹੈ। ਤਾਂ ਇੱਥੇ ਜਿਹੜਾ ਆਪਣੇ ਕੋਲ ਇਹ 6S ਆ, ਤਾਂ ਮਤਲਬ 1 ਤੋਂ ਪਿੱਛੇ ਹੋਊਗਾ 6S, ਯੈਸ, ਤਾਂ ਇਹ ਕਰੈਕਟ ਹੈ। 3P ਵੀ ਹੋ ਸਕਦਾ ਨਾ। ਜਿਹੜਾ D ਆ ਉਹ ਸਟਾਰਟ ਹੁੰਦਾ 3 ਤੋਂ, ਨੋਟ 2 ਤੋਂ, ਦੈਟਸ ਵਾਈ ਇਟ ਇਜ਼ ਨੋਟ ਮੇਕ ਐਨੀ ਸੈਂਸ। ਆਈਸੋਟੋਪਸ ਉਹ ਹੁੰਦੇ ਆ ਜਿਨ੍ਹਾਂ ਦਾ ਆਪਣੇ ਕੋਲ ਅਟੋਮਿਕ ਨੰਬਰ ਸੇਮ ਹੋਵੇ ਬਟ ਮਾਸ ਨੰਬਰ ਡਿਫਰੈਂਟ ਹੋਵੇ। ਜਿਵੇਂ ਆਪਾਂ ਹਾਈਡਰੋਜਨ ਦੇ ਆਈਸੋਟੋਪ ਦੀ ਗੱਲ ਕਰੀਏ, ਪ੍ਰੋਟੀਅਮ, ਠੀਕ ਹੈ ਜੀ, ਡਿਟਿਊਰੀਅਮ, ਟ੍ਰਿਟੀਅਮ, ਮਾਸ ਨੰਬਰ ਇਜ਼ 1 2 3, ਅਟੋਮਿਕ ਨੰਬਰ ਇਜ਼ 1 1। ਸਿਮਿਲਰਲੀ ਕਲੋਰੀਨ ਦੇ ਆਈਸੋਟੋਪ 35 and 37 is the mass number but atomic number is 17 तो आइसोटोप्स ਉਹ ਜਿਨ੍ਹਾਂ ਦਾ ਮਾਸ ਨੰਬਰ ਜਿਹੜਾ ਆ ਸੇਮ ਅਲੱਗ ਹੈ ਬਟ ਅਟੋਮਿਕ ਨੰਬਰ ਸੇਮ ਹੈ। ਆਈਸੋਬਾਰਸ ਰਿਵਰਸ ਹੁੰਦੇ ਆ ਜਿਨ੍ਹਾਂ 'ਚ ਮਾਸ ਨੰਬਰ ਸੇਮ ਹੁੰਦਾ ਔਰ ਅਟੋਮਿਕ ਨੰਬਰ ਅਲੱਗ ਹੁੰਦਾ। ਫੋਰ ਈਚ ਵੈਲਿਊ ਆਫ ml ਦੀਆਂ ਵੈਲਿਊਜ਼ ਤੋਂ ਇਹ ਫਾਰਮੂਲਾ ਹੁੰਦਾ। ਜਿਵੇਂ ਮੈਂ ਹੁਣ ਇਹ ਫਾਰਮੂਲਾ ਯੂਜ਼ ਕਰਕੇ ਆਪਾਂ ਵੈਲਿਊਜ਼ ਫਾਈਂਡ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਅਗਰ L 0 ਆ ਤਾਂ ਇੱਥੇ ਆਪਾਂ ਕਿੰਨੀ ਵੈਲਿਊ ਆਏਗੀ ml ਦੀ? ਮਤਲਬ 0 ਇੱਕ ਹੀ ਆਈ, ਠੀਕ ਹੈ। ਤਾਂ ਮਤਲਬ L 0 ਕਿਹਦੇ ਲਈ ਹੁੰਦਾ? S ਔਰਬਿਟਲ ਕਿੰਨੇ ਹੁੰਦੇ ਆ? ਇੱਕ ਹੀ ਹੁੰਦਾ, ਠੀਕ ਹੈ ਜੀ। ਅਗਰ ਮੈਂ L 1 ਪੁੱਟ ਕਰਾਂ ਤਾਂ ਮੇਰੇ ਕੋਲ 3 ਵੈਲਿਊਜ਼ ਆਉਣਗੀਆਂ। L 1 ਕਿਹਦੇ ਲਈ ਹੁੰਦਾ? P ਲਈ। P ਕਿੰਨੇ ਹੁੰਦੇ ਆ? 3 ਹੀ ਹੁੰਦੇ ਆ, PX, PY ਐਂਡ PZ। ਮੈਕਸੀਮਮ ਨੰਬਰ ਆਫ ਅਨਪੇਅਰਡ ਇਲੈਕਟ੍ਰੋਨ, ਤਾਂ ਅਨਪੇਅਰਡ ਇਲੈਕਟ੍ਰੋਨ ਕਿੱਦਾਂ ਫਾਈਂਡ ਕਰੀਦੇ?
ਅਨਪੇਡ ਇਲੈਕਟ੍ਰੋਨ ਇੰਨਾ ਯਾਦ ਰੱਖਣਾ, ਅਨਪੇਡ ਇਲੈਕਟ੍ਰੋਨ ਜਿਹੜੇ ਆ ਜ਼ਿਆਦਾਤਰ ਆਪਣੇ ਕੋਲ ਡੀ ਬਲੋਕ ਐਲੀਮੈਂਟਸ 'ਚ ਪ੍ਰੈਜ਼ੈਂਟ ਹੁੰਦੇ ਆ। ਹੁਣ ਮੈਗਨੀਸ਼ੀਅਮ ਦੀ ਕਨਫੀਗਰੇਸ਼ਨ ਹੁੰਦੀ ਆ 2p6, ਠੀਕ ਹੈ ਜੀ। ਮਤਲਬ ਅਗਰ ਆਪਾਂ ਨੋਬਲ ਗੈਸ ਕਨਫੀਗਰੇਸ਼ਨ ਲਿਖੀਏ 1s2 2s2 2p6 3s2। ਹੁਣ 3s2 ਆ ਮਤਲਬ ਇੱਥੇ 2+ ਆ, ਮਤਲਬ 2 ਇਲੈਕਟ੍ਰੋਨ ਕੱਢ ਦਿੱਤੇ, ਸਾਰੇ ਫੁੱਲੀ ਫਿਲਡ ਹੋ ਗਏ, ਸਾਰੇ ਪੇਅਰਡ ਆ, ਤਾਂ ਕੋਈ ਵੀ ਅਨਪੇਅਰਡ ਨਹੀਂ ਆਇਆ ਇਹਦੇ 'ਚ। ਟਾਈਟੇਨੀਅਮ ਡੀ ਬਲੋਕ ਐਲੀਮੈਂਟ ਆ। ਟਾਈਟੇਨੀਅਮ ਦਾ ਅਟੋਮਿਕ ਨੰਬਰ ਹੁੰਦਾ 22, ਤਾਂ ਇਹਦੀ ਕਨਫੀਗਰੇਸ਼ਨ ਲਿਖਾਂਗੇ 3d2 4s2। ਇਹਦੇ 'ਚ s ਫੁੱਲੀ ਫਿਲਡ ਹੁੰਦਾ ਨਾ। ਉਹ ਕਿੰਨਾ ਚਾਰਜ ਆ? 3 ਚਾਰਜ ਆ। ਪਹਿਲਾਂ 2 ਇਹਦੇ 'ਚੋਂ ਬਾਹਰ ਕੱਢਾਂਗੇ, ਠੀਕ ਹੈ, 1 ਇਹਦੇ 'ਚੋਂ ਬਾਹਰ ਕੱਢਾਂਗੇ, ਤਾਂ ਕਿੰਨੇ ਬਚਿਆ? 1 ਬਚਿਆ, ਠੀਕ ਹੈ। ਤਾਂ ਮਤਲਬ ਅਗਰ ਆਪਾਂ ਇਹਨੂੰ ਫਿਲ ਕਰਾਂਗੇ ਡੀ 'ਚ, ਤਾਂ 1 ਅਨਪੇਅਰਡ ਇਲੈਕਟ੍ਰੋਨ ਆਇਆ, ਤਾਂ ਟਾਈਟੇਨੀਅਮ 'ਚ 1 ਅਨਪੇਅਰਡ। ਵਨੇਡੀਅਮ ਦਾ ਅਟੋਮਿਕ ਨੰਬਰ ਹੁੰਦਾ 23, ਤਾਂ ਕਨਫੀਗਰੇਸ਼ਨ ਇਜ਼ 3d3 4s2। ਕਿੰਨਾ ਚਾਰਜ ਆ? 3+ ਚਾਰਜ, 2 ਇਹਦੇ 'ਚ ਹੋ ਗਏ, 1 ਆਪਣੇ ਕੋ ਇਹਦੇ 'ਚ ਹੋ ਗਿਆ, ਠੀਕ ਹੈ। ਤਾਂ ਕਿੰਨੇ ਬਚੇ? 2। ਤਾਂ ਜਦੋਂ ਆਪਾਂ ਫਿਲ ਕਰਾਂਗੇ ਇਹਨੂੰ 1 2, ਕਿੰਨੇ ਅਨਪੇਅਰਡ ਆ ਗਏ? 2 ਅਨਪੇਅਰਡ ਇਨ ਵਨੇਡੀਅਮ। 0 ਆਇਆ ਮੈਗਨੀਸ਼ੀਅਮ 'ਚ, ਟਾਈਟੇਨੀਅਮ 'ਚ 2 ਔਰ ਟਾਈਟੇਨੀਅਮ 'ਚ 1 ਔਰ ਵਨੇਡੀਅਮ 'ਚ 2। ਆਇਰਨ ਦਾ ਅਟੋਮਿਕ ਨੰਬਰ ਹੁੰਦਾ ਆ 26, ਤਾਂ ਇਹਦੀ ਕਨਫੀਗਰੇਸ਼ਨ 3d6 4s2। ਤਾਂ ਕਿੰਨੇ ਕੱਢਣੇ ਬਾਹਰ? 3, ਕਿਉਂਕਿ 3+ ਚਾਰਜ ਆ, ਤਾਂ ਇੱਥੇ 5 ਰਹਿ ਗਏ, ਠੀਕ ਹੈ। ਜਦੋਂ ਆਪਾਂ ਇਹਨੂੰ ਫਿਲ ਕਰਾਂਗੇ ਡੀ ਔਰਬਿਟਲ 'ਚ 1 2 3 4 5, ਤਾਂ ਸਾਰੇ ਦੇ ਸਾਰੇ ਸਿੰਗਲੀ ਫਿਲਡ ਆ। ਅਨਪੇਅਰਡ ਦਾ ਮਤਲਬ ਸਿੰਗਲੀ ਫਿਲਡ ਆ ਸਾਰੇ ਦੇ ਸਾਰੇ, ਤਾਂ ਕਿੰਨੇ ਅਨਪੇਅਰਡ ਆ ਗਏ? 5। ਤਾਂ ਆਨਸਰ ਇਜ਼ Fe3+। ਮੈਕਸੀਮਮ ਨੰਬਰ ਆਫ ਇਲੈਕਟ੍ਰੋਨ ਵਿਦ ਪ੍ਰਿੰਸੀਪਲ ਕੁਆਂਟਮ ਨੰਬਰ n। ਤੋਂ ਪ੍ਰਿੰਸੀਪਲ ਕੁਆਂਟਮ ਨੰਬਰ ਲਈ ਆਪਾਂ 2n² ਫਾਰਮੂਲਾ ਯੂਜ਼ ਕਰਦੇ ਹਾਂ। ਗਰੁੱਪ 1 ਐਂਡ 2, ਗਰੁੱਪ 1 ਇਜ਼ ਐਲਕਲੀ ਮੈਟਲ ਐਂਡ 2 ਇਜ਼ ਐਲਕਲਾਈਨ ਅਰਥ ਮੈਟਲ। ਤੋਂ ਇਹ ਵੀ ਕੁਐਸਚਨ ਆਇਆ ਸੀਗਾ, ਤੋਂ ਇਹ ਬਿਲੋਂਗ ਕਰਦੇ ਆ ਐਸ ਬਲੋਕ ਐਲੀਮੈਂਟ ਨੂੰ। ਅਗਰ ਕਿਸੇ ਦੀ ਟੈਂਡੈਂਸੀ ਆ, ਜਿਵੇਂ ਮੇਰੇ ਕੋਲ ਹੁਣ HCl ਬੌਂਡ ਹੈ, ਇਹ ਕੋਵਲੈਂਟ ਬੌਂਡ ਹੈ, 1 ਇਲੈਕਟ੍ਰੋਨ ਇਹਨੇ ਸ਼ੇਅਰ ਕੀਤਾ, 1 ਇਲੈਕਟ੍ਰੋਨ ਇਹਨੇ ਸ਼ੇਅਰ ਕੀਤਾ। ਨਾਓ ਕਲੋਰੀਨ ਇਜ਼ ਮੋਰ ਇਲੈਕਟ੍ਰੋਨੈਗੇਟਿਵ, ਤਾਂ ਇਹ ਕੀ ਕਰੇਗਾ? ਆਪਣੇ ਵੱਲ ਇਲੈਕਟ੍ਰੋਨ ਖਿੱਚਣ ਦੀ ਕੋਸ਼ਿਸ਼ ਕਰੇਗਾ, ਤਾਂ ਮਤਲਬ ਇਹਦੇ 'ਤੇ ਮਾਈਨਸ ਆਉਣਾ ਸ਼ੁਰੂ ਹੋਏਗਾ, ਇਹਦੇ 'ਤੇ ਪਲੱਸ। ਤਾਂ ਜਿਹੜੀ ਟੈਂਡੈਂਸੀ ਹੁੰਦੀ ਆ ਆਪਣੇ ਵੱਲ ਇਲੈਕਟ੍ਰੋਨ ਅਟਰੈਕਟ ਕਰਨ ਦੀ, ਕਿਹੜੇ ਇਲੈਕਟ੍ਰੋਨ? ਕੋਵਲੈਂਟ ਬੌਂਡ ਦੇ, ਮਤਲਬ ਜਿਹੜੇ ਸ਼ੇਅਰਿੰਗ ਕਰਕੇ ਬਣੇ ਆ। ਤਾਂ ਉਹਨੂੰ ਆਪਾਂ ਪ੍ਰੋਸੈਸ ਨੂੰ ਬੋਲਦੇ ਹਾਂ ਇਲੈਕਟ੍ਰੋਨ ਨੈਗੇਟਿਵਿਟੀ। ਨੈਕਸਟ, ਵਿਚ ਆਫ ਦੀ ਫੋਲੋਇੰਗ ਹੈਜ਼ ਲਾਰਜੈਸਟ ਸਾਈਜ਼। ਤੋਂ ਲਾਰਜੈਸਟ ਸਾਈਜ਼ ਜਿਵੇਂ ਕੰਪੇਅਰ ਕਰਨਾ, ਹੁਣ ਇਹ ਵੀ ਕੁਐਸਚਨ ਆਇਆ ਸੀਗਾ। ਦੇਖੋ ਪਹਿਲਾਂ ਤਾਂ ਜਿਹੜੇ ਪਲੱਸ ਵਾਲੇ ਆ, ਠੀਕ ਹੈ, ਉਹਨਾਂ ਦਾ ਸਮੋਲ ਸਾਈਜ਼ ਹੋਏਗਾ, ਤਾਂ ਮਤਲਬ Na+ ਔਰ Mg ਇਹ ਸਮੋਲ ਸਾਈਜ਼ ਵਾਲੇ ਆ। ਤਾਂ ਇਹਨਾਂ ਦੋਨਾਂ ਨੂੰ ਕੰਪੇਅਰ ਕਰਨਾ, ਤਾਂ ਜਿਹਦੇ 'ਤੇ ਜਿੰਨਾ ਜ਼ਿਆਦਾ ਚਾਰਜ ਉਹ ਉਨਾ ਜ਼ਿਆਦਾ ਸਮੋਲਰ, ਤਾਂ ਲੀਸਟ ਸਮੋਲਰ ਹੋ ਗਿਆ Mg2+, ਠੀਕ ਹੈ ਜੀ। ਨਾਓ ਰਹਿ ਗਏ ਸੋਡੀਅਮ ਅਤੇ ਮੈਗਨੀਸ਼ੀਅਮ। ਨਾਓ ਸੋਡੀਅਮ ਜਿਹੜਾ ਆ ਉਹ ਆਉਂਦਾ ਆ ਲੈਫਟ ਸਾਈਡ 'ਤੇ, ਮੈਗਨੀਸ਼ੀਅਮ ਆਉਂਦਾ ਆ ਦੂਸਰੀ ਸਾਈਡ, ਰਾਈਟ ਸਾਈਡ। ਵੀ ਨੋ ਲੈਫਟ ਟੂ ਰਾਈਟ ਸਾਈਜ਼ ਡਿਕਰੀਜ਼ਿਜ਼, ਤਾਂ ਮਤਲਬ ਕਿਹਦਾ ਜ਼ਿਆਦਾ ਸਾਈਜ਼ ਹੋ ਗਿਆ? ਸੋਡੀਅਮ ਦਾ, ਠੀਕ ਹੈ, ਔਰ ਮੈਗਨੀਸ਼ੀਅਮ ਦਾ ਸਾਈਜ਼ ਘੱਟ ਗਿਆ। ਨਾ ਇੱਥੇ ਸੋਡੀਅਮ ਪਲੱਸ 'ਚ ਆ, ਤਾਂ ਓਬਵੀਅਸਲੀ ਜਿਹੜਾ ਮੈਗਨੀਸ਼ੀਅਮ ਦਾ ਸਾਈਜ਼ ਸੋਡੀਅਮ ਪਲੱਸ ਨਾਲੋਂ ਜ਼ਿਆਦਾ ਹੋਊਗਾ। ਕਿਉਂਕਿ ਜਿਹੜਾ ਹੈ ਨਿਊਟਰਲ ਐਟਮ ਦਾ ਸਾਈਜ਼ ਜ਼ਿਆਦਾ ਹੁੰਦਾ ਐਜ਼ ਕੰਪੇਅਰ ਟੂ ਜਿਹਦੇ 'ਤੇ ਪਲੱਸ ਚਾਰਜ ਆਵੇ। ਤਾਂ ਆਰਡਰ ਇਜ਼ ਦਿਸ, ਤਾਂ ਸਭ ਤੋਂ ਜ਼ਿਆਦਾ ਕਿਹਦਾ ਆ ਰਿਹਾ ਆ? ਸੋਡੀਅਮ ਦਾ। ਨੈਕਸਟ ਵਨ, ਜਿਹੜੇ ਵਰਟੀਕਲ ਕਾਲਮਸ ਆਰ ਦੀਸ, ਠੀਕ ਹੈ, ਤਾਂ ਉਹਨਾਂ ਨੂੰ ਆਪਾਂ ਬੋਲਦੇ ਹਾਂ ਗਰੁੱਪਸ। ਨੋਬਲ ਗੈਸਿਸ ਜਿਹੜੀਆਂ ਹੁੰਦੀਆਂ, ਨੋਬਲ ਗੈਸਿਸ ਦੀ ਫੁੱਲੀ ਫਿਲਡ ਕਨਫੀਗਰੇਸ਼ਨ ਹੁੰਦੀ ਆ, ਤਾਂ ਇਹਨਾਂ 'ਚ ਆਪਾਂ ਇਲੈਕਟ੍ਰੋਨ ਐਡ ਜਦੋਂ ਕਰਾਉਂਦੇ ਹਾਂ ਤਾਂ ਆਪਾਂ ਨੂੰ ਐਨਰਜੀ ਦੇਣੀ ਪੈਂਦੀ ਹੈ। ਅਗਰ ਆਪਾਂ ਨੇ ਐਨਰਜੀ ਦੇ ਰਹੇ ਹਾਂ ਤਾਂ ਵੈਲਿਊ ਆਏਗੀ ਪੋਜ਼ੀਟਿਵ। ਵਿਚ ਆਫ ਦੀ ਫੋਲੋਇੰਗ ਕੰਪਾਊਂਡ ਹੈਜ਼ ਆਇਨਿਕ ਬੌਂਡ। ਤਾਂ ਜਿਹੜਾ ਵਾਟਰ ਹੈ ਆਪਾਂ ਨੇ ਪੜ੍ਹਿਆ ਆ, ਤਾਂ ਵਾਟਰ 'ਚ ਵੀ ਜਿਹੜਾ ਹੈ ਆਕਸੀਜਨ ਦੇ ਨਾਲ ਜਿਹੜਾ ਸ਼ੇਅਰਿੰਗ ਹੁੰਦੀ ਹੈ ਇਲੈਕਟ੍ਰੋਨ ਦੀ, ਠੀਕ ਹੈ, ਤਾਂ ਇਹ ਵੀ ਕੋਵਲੈਂਟ ਹੁੰਦਾ, ਇਹ ਵੀ ਕੋਵਲੈਂਟ। ਆਇਨਿਕ ਇਜ਼ ਐਂਡ ਇਹਦੇ 'ਚ ਆਪਾਂ ਇਹ ਇੱਦਾਂ ਬ੍ਰੇਕ ਕਰਦੇ ਹਾਂ, ਕੰਪਲੀਟਲੀ ਬ੍ਰੇਕ ਹੋ ਜਾਂਦਾ, ਦੈਟਸ ਵਾਈ ਇਟ ਇਜ਼ ਆਇਨਿਕ। ਨੈਕਸਟ ਕੁਐਸਚਨ, ਕੋਵਲੈਂਟ ਮੋਲੀਕਿਊਲਸ ਯੂਜ਼ਲੀ ਹੈਲਡ
ਕ੍ਰਿਸਟਲ ਦੇ ਉੱਤੇ ਆਪਣੇ ਕੋਲ ਵੰਡਰਵਾਲ ਫੋਰਸਿਸ ਹੁੰਦੀਆਂ। ਕੋਵਲੈਂਟ ਬੌਂਡ 'ਚ ਆਪਣੇ ਕੋਲ ਪਲੱਸ ਮਾਈਨਸ ਬਹੁਤ ਘੱਟ ਹੁੰਦਾ ਕਿ ਆਇਨਿਕ ਕਰੈਕਟਰ 50% ਹੁੰਦਾ, ਤਾਂ ਡਾਇਪੋਲ ਤਾਂ ਹੋਣਗੀਆਂ ਨਹੀਂ। ਇਲੈਕਟ੍ਰੋਸਟੈਟਿਕ ਮਤਲਬ ਆਇਨਿਕ ਬੌਂਡ ਤਾਂ ਹੋਣਗੇ ਨਹੀਂ, ਹਾਈਡਰੋਜਨ ਬੌਂਡਿੰਗ ਨਹੀਂ ਹੁੰਦੀ, ਤਾਂ ਵੰਡਰਵਾਲ ਅਟਰੈਕਸ਼ਨਸ ਹੁੰਦੀਆਂ ਨੇ। ਲੀਵਿਸ ਸਿੰਬਲ ਸਟਰਕਚਰ ਹੈ ਤਾਂ ਨੰਬਰ ਆਫ ਲੋਨ ਪੇਅਰ ਆਫ ਇਲੈਕਟ੍ਰੋਨ, ਜਿਵੇਂ ਤੁਸੀਂ ਵਾਟਰ ਦਾ ਸਟਰਕਚਰ ਦੇਖਦੇ ਹੋ, ਵਾਟਰ ਦਾ ਸਟਰਕਚਰ ਇਜ਼ ਦਿਸ, ਤਾਂ ਮਤਲਬ OH2 ਹੈ, ਠੀਕ ਹੈ, ਇਹਦੇ 'ਤੇ 2 ਲੋਨ ਪੇਅਰ ਹੁੰਦੇ ਆ। ਸਿਮਿਲਰਲੀ ਇੱਥੇ ਮੈਂ ਹਾਈਡਰੋਜਨ ਦੀ ਵੈਲੈਂਸੀ ਵੀ 1 ਆ, ਫਲੋਰੀਨ ਦੀ ਵੈਲੈਂਸੀ ਵੀ 1 ਆ, ਤਾਂ ਹਾਈਡਰੋਜਨ ਨੂੰ ਹਟਾ ਕੇ ਫਲੋਰੀਨ ਲਗਾਤਾ ਤਾਂ ਕਿੰਨੇ ਲੋਨ ਪੇਅਰ ਬਚੇ, ਤਾਂ ਵੀ 2 ਹੀ ਹੈ ਲੋਨ ਪੇਅਰ, ਤਾਂ ਆਪਸ਼ਨ ਇਜ਼ C। ਨੈਕਸਟ ਵਨ, ਵਿਚ ਆਫ ਦੀ ਫੋਲੋਇੰਗ ਵਾਇਲੇਟਸ ਦੀ ਆਕਟੇਟ ਰੂਲ। ਵਾਇਲੇਟਸ ਦਾ ਮਤਲਬ ਹੁੰਦਾ ਜਿਹਦੇ 'ਚ ਆਕਟੇਟ ਰੂਲ ਐਕਸਟੈਂਡ ਹੋ ਰਿਹਾ, ਤਾਂ ਆਪਾਂ 1 by 1 ਸਾਰੇ ਬਣਾ ਕੇ ਦੇਖਦੇ ਹਾਂ। PCl3 ਫੋਸਫੋਰਸ 'ਚ ਆਪਣੇ ਕੋਲ 5 ਵੈਲੈਂਸ ਇਲੈਕਟ੍ਰੋਨ ਹੁੰਦੇ ਆ, ਠੀਕ ਹੈ ਜੀ। ਆ 5 ਨੇ, ਤਾਂ ਇੱਕ ਕਲੋਰੀਨ ਨੇ ਸ਼ੇਅਰ ਕੀਤਾ, ਆ ਵੀ ਕਲੋਰੀਨ ਨੇ ਸ਼ੇਅਰ ਕੀਤਾ, 3 ਹੋ ਗਏ, 2 2 4 2 6, ਠੀਕ ਹੈ, ਤਾਂ 8 ਟੋਟਲ ਹੋ ਗਏ। ਆਕਟੇਟ ਰੂਲ ਫੋਲੋ ਹੋ ਗਿਆ ਇੱਥੇ। ਨਾਓ ਇਨ ਕੇਸ ਆਫ CBr4, ਤਾਂ ਕਾਰਬਨ ਤੋਂ 4 ਹੁੰਦੇ ਆ, ਠੀਕ ਹੈ ਜੀ, ਤਾਂ ਹੈਲੋਜਨ ਇੱਕ ਸ਼ੇਅਰ ਕਰਦਾ, ਆਹ ਇੱਕ ਬ੍ਰੋਮੀਨ ਦਾ ਹੋ ਗਿਆ, ਆਹ ਵਾਲਾ ਹੋ ਗਿਆ, 4 ਬ੍ਰੋਮੀਨ ਨੇ ਨਾ, ਤਾਂ ਟੋਟਲ ਇਲੈਕਟ੍ਰੋਨ ਹੋ ਗਏ 8, ਤਾਂ ਇਹ ਵੀ ਆਕਟੇਟ ਰੂਲ ਫੋਲੋ ਕਰ ਰਿਹਾ। NF3 ਨਾਈਟ੍ਰੋਜਨ ਤੋਂ ਇੱਕ ਲੋਨ ਪੇਅਰ ਹੁੰਦਾ, ਆ ਇੱਕ ਜਿਹੜੇ ਆ 3 ਆਪਣੇ ਕੋਲ 5 ਵੈਲੈਂਸ ਇਲੈਕਟ੍ਰੋਨ, ਇੱਕ ਫਲੋਰੀਨ ਨੇ ਸ਼ੇਅਰ ਕੀਤਾ, 3 ਫਲੋਰੀਨ ਨੇ, ਤਾਂ ਆਹ 8 ਹੋ ਗਏ, ਤਾਂ ਇਹ 'ਚ ਵੀ ਫੋਲੋ ਹੋ ਰਿਹਾ। ਇਨ ਕੇਸ ਆਫ PCl5, ਫੋਸਫੋਰਸ ਤੋਂ 5 ਵੈਲੈਂਸ ਇਲੈਕਟ੍ਰੋਨ ਨੇ, ਠੀਕ ਹੈ ਜੀ, ਤਾਂ 5 ਹੀ ਕਲੋਰੀਨ ਲੱਗੇ, ਤਾਂ 5 ਕਲੋਰੀਨ ਇੱਕ ਇਲੈਕਟ੍ਰੋਨ ਸ਼ੇਅਰ ਕਰਨਗੇ, ਤਾਂ ਟੋਟਲ ਕਿੰਨੇ ਹੋਏ ਆਪਣੇ ਕੋਲ 10, ਤਾਂ ਇੱਥੇ ਆਕਟੇਟ ਰੂਲ ਵਾਇਲੇਟਸ ਮਤਲਬ ਐਕਸਟੈਂਡ ਹੋ ਰਿਹਾ, ਤਾਂ ਆਪਸ਼ਨ ਇਜ਼ D PCl5। ਕੋਵੈਲੈਂਸੀ 'ਚ ਇਲੈਕਟ੍ਰੋਨ ਵੀ ਨੋ ਜਿਹੜੇ ਆ ਇਲੈਕਟ੍ਰੋਨ ਸ਼ੇਅਰ ਕੀਤੇ ਜਾਂਦੇ ਆ। ਐਨ ਐਟਮ ਡਿਫਰ ਫਰੋਮ ਇਟਸ ਆਇਨ ਇਨ ਵਿਚ ਅਮੰਗ ਦੀ, ਜਿਵੇਂ ਹੁਣ ਮੈਂ ਸੋਡੀਅਮ ਲਿਖਿਆ ਔਰ ਸੋਡੀਅਮ ਪਲੱਸ ਆ, ਇਹਦੇ 'ਚ 11 ਅਟੋਮਿਕ ਨੰਬਰ ਆ, ਇਹਦਾ 10, ਮਤਲਬ ਇਹ 'ਚ 11 ਇਲੈਕਟ੍ਰੋਨ ਆ, ਇਹਦੇ 'ਚ 10 ਇਲੈਕਟ੍ਰੋਨ ਆ, ਤਾਂ ਨੰਬਰ ਆਫ ਇਲੈਕਟ੍ਰੋਨ ਡਿਫਰ ਕਰਦਾ। ਪਾਈ ਬੌਂਡ, ਜਦੋਂ ਜਿਹੜੇ ਆ ਆਪਣੇ ਕੋਲ S ਓਵਰਲੈਪਿੰਗ ਹੁੰਦੀ ਆ ਤਾਂ ਸਿਗਮਾ ਬੌਂਡ ਬਣਦਾ। PZ ਮਤਲਬ ਜਿਹੜੇ ਤਿੰਨ ਹੁੰਦੇ ਨਾ, PX PY ਐਂਡ PZ, ਅਗਰ PZ ਓਵਰਲੈਪ ਕਰਦੇ ਤਾਂ ਵੀ ਸਿਗਮਾ ਬਣਦਾ। ਅਗਰ PX ਓਵਰਲੈਪ ਕਰਨ ਔਰ PY ਓਵਰਲੈਪ ਕਰਨ, PX PY ਆਪਸ 'ਚ ਨਹੀਂ ਕਰਨਗੇ, PX ਨਾ PY ਨਾ, ਤਾਂ ਪਾਈ ਬੌਂਡ। ਤਾਂ ਆਹ ਜਿਹੜੀ ਓਵਰਲੈਪਿੰਗ ਹੁੰਦੀ ਆ, ਦਿਸ ਇਜ਼ ਹੈਡ ਔਨ ਹੈਡ, PZ ਵਾਲੀ ਵੀ ਹੈਡ ਔਨ ਹੈਡ ਓਵਰਲੈਪਿੰਗ, ਬਟ ਜਿਹੜੀ PX ਔਰ PY ਮਤਲਬ PX ਦੀ PX ਨਾਲ ਓਵਰਲੈਪਿੰਗ, ਦਿਸ ਇਜ਼ PX, ਤਾਂ ਇਹਨਾਂ ਦੀਆਂ ਸਿਰਫ ਸਾਈਡਸ ਜਿਹੜੀਆਂ ਆ ਉਹ ਓਵਰਲੈਪ ਕਰ ਰਹੀਆਂ, ਤਾਂ ਕਿਹਨਾਂ ਦੀਆਂ ਸਾਈਡਸ ਓਵਰਲੈਪ ਕਰ ਰਹੀਆਂ, P ਔਰਬਿਟਲ ਦੀਆਂ, ਤਾਂ ਸਾਈਡ ਵਾਈਜ਼ ਓਵਰਲੈਪ ਆਫ ਪੈਰਲਲ, ਇੱਕ ਦੂਜੇ ਦੇ ਪੈਰਲਲ ਨੇ, ਠੀਕ ਹੈ। ਆ X ਆ Y ਹੋ ਗਿਆ, ਇਹ ਪੈਰਲਲ ਨੇ, ਤਾਂ ਪੈਰਲਲ P orbitals, ਤਾਂ ਆਪਸ਼ਨ ਇਜ਼ D। ਨੈਕਸਟ ਕੁਐਸਚਨ, ਰੈਜ਼ੋਨੈਂਸ ਜਿਵੇਂ ਹੁਣ ਆਹ ਬੈਂਜ਼ਿਨ ਹੈ, ਬੈਂਜ਼ਿਨ 'ਚ ਪਾਈ ਬੌਂਡ ਵੀ ਆ, ਠੀਕ ਹੈ, ਔਰ ਸਿਗਮਾ ਬੌਂਡ ਵੀ ਆ। ਅਗਰ ਮੈਂ ਆਹ ਬੌਂਡ ਇੱਥੇ ਸ਼ਿਫਟ ਕਰ ਦੇਵਾਂ, ਆਹ ਵਾਲਾ ਬੌਂਡ ਇੱਧਰ ਸ਼ਿਫਟ ਕਰਤਾ, ਆਹ ਬੌਂਡ ਇੱਧਰ ਸ਼ਿਫਟ ਕਰਦਾ, ਤਾਂ ਜਿੱਥੇ ਪਹਿਲਾਂ ਡਬਲ ਬੌਂਡ ਸੀ ਉੱਥੇ ਸਿੰਗਲ ਆ ਗਿਆ, ਜਿੱਥੇ ਸਿੰਗਲ ਸੀ ਉੱਥੇ ਡਬਲ ਆ ਗਿਆ, ਤਾਂ ਮਤਲਬ ਕੁਛ ਇਸ ਤਰ੍ਹਾਂ ਦਾ ਬਣੇਗਾ। ਤਾਂ ਆ ਇੱਥੇ ਸ਼ਿਫਟ ਕੀਤਾ, ਪਹਿਲਾਂ ਆਪਣੇ ਕੋਲ ਕਿੱਦਾਂ ਦਾ ਸੀਗਾ, ਲਾਈਕ ਦਿਸ, ਤਾਂ ਦਿਸ ਇਜ਼ ਕਾਲਡ ਡੀਲੋਕਲਾਈਜੇਸ਼ਨ ਆਫ ਪਾਈ ਇਲੈਕਟ੍ਰੋਨ। ਪਾਈ ਬੌਂਡ ਹੀ ਮੂਵ ਹੋਇਆ, ਇੱਕ ਡਬਲ ਬੌਂਡ 'ਚ ਇੱਕ ਸਿਗਮਾ ਹੁੰਦਾ, ਇੱਕ ਪਾਈ ਹੁੰਦਾ, ਸਿਗਮਾ ਤਾਂ ਆਪਣੀ ਜਗ੍ਹਾ ਰਿਹਾ, ਮੂਵ ਕਿਉਂ ਹੈ, ਪਾਈ ਇਲੈਕਟ੍ਰੋਨਸ। ਹਾਈਡਰੋਜਨ ਯਾਦ ਰੱਖ, ਹਾਈਡਰੋਜਨ ਜਿਹੜਾ ਆ ਉਹ ਮੈਟਲ ਹੁੰਦਾ, ਜਦੋਂ ਉਹ ਨੋਨ ਮੈਟਲ ਨਾਲ ਬਾਈਂਡ ਕਰੇ ਤਾਂ ਉਦੋਂ ਉਹਦੀ +1 ਸਟੇਟ ਹੁੰਦੀ ਆ। ਹਾਈਡਰੋਜਨ ਨੋਨ ਮੈਟਲ ਹੁੰਦਾ, ਜਦੋਂ ਉਹ ਮੈਟਲਸ ਨਾਲ ਬਾਈਂਡ ਕਰੇ ਉਦੋਂ ਉਹਦੀ -1 ਹੁੰਦੀ ਹੈ। ਤਾਂ ਵੀ ਨੋ ਐਲਕਲੀ ਔਰ ਐਲਕਲਾਈਨ ਅਰਥ ਮੈਟਲਸ ਆਰ ਦੀ ਸਟਰੋਂਗੈਸਟ ਮੈਟਲ। ਤਾਂ ਇੱਥੇ ਹਾਈਡਰੋਜਨ ਦੀ -1 ਸਟੇਟ ਆ ਸੋਡੀਅਮ ਹਾਈਡਰੇਟ 'ਚ,
ऑक्सीजन इज़ नॉन मैटल, क्लोरीन इज़ नॉन मैटल, फ्लोरीन इज़ नॉन मैटल। तो इत्थे हाइड्रोजन +1 च, ठीक है जी। सोडियम इज़ मैटल, तो इत्थे हाइड्रोजन -1 च। किस आइसोटोप च अपने को न्यूट्रॉन नहीं होंगे? प्रोटीयम, क्योंकि प्रोटीयम का एटॉमिक नंबर भी 1 और मास नंबर भी 1 आ। तो अगर फॉर्मूला लगाइए प्रोटोन प्लस न्यूट्रॉन, तो प्रोटोन भी 1 हो गया, न्यूट्रॉन पता करने एटॉमिक नंबर मास 1 आ, तो 1 - 1 0। नेक्स्ट, अमंग दी फॉलोइंग विच आर कोवलेंट हाइड्राइड्स। तो कैल्शियम मैटल आ, तो मैटल्स का बनाउणगे आयनिक। सोडियम मैटल आ, आयनिक। तो बचे किहड़े? NH3 एंड B2S6, मतलब बोरोन एंड नाइट्रोजन आर नॉन मैटल, तो ये कोवलेंट बनाउणगे। हैवी वाटर इज D2O। बॉन्ड एंगल इन वाटर मॉलीक्यूल, तो जिहड़ा ऑक्सीजन आ, ऑक्सीजन का 2p4 होंदी है, तो 2 हाइड्रोजन ने, अब बॉन्ड पेयर बन गए, ठीक है। हाइब्रिडाइजेशन sp3, ठीक है। 2 लोन पेयर नज़र आ रहे हैं, ठीक है। तो नॉर्मल sp3 करके नॉर्मल टैट्राहेड्रल स्ट्रक्चर होना चाहिए सीगा, जिहड़ा कार्बन मिथेन का हुंदा, बट ड्यू टू लोन पेयर मतलब एंगल जिहड़ा 109 होना चाहिए सीगा, ठीक है। हाइब्रिडाइजेशन sp3 आ, बट ड्यू टू 2 लोन पेयर रिपल्शन करके जिहड़ा आह एंगल आ ये डिक्रीज हो जाता, ये रह जाता 104.5, तो 104.5 इज दी आंसर। विच इज़ दी मोस्ट बेसिक, तो याद रखियो लैफ्ट टू राइट जिहड़ा बेसिक करैक्टर आ वो डिक्रीज करदा, डाउन द ग्रुप इनक्रीज करदा। एसिडिक करैक्टर लैफ्ट टू राइट इनक्रीज करेगा, डाउन द ग्रुप डिक्रीज करेगा। तो इत्थे ये सारियां एल्कली मैटल्स ने, तो लीथियम 2 जो आप सीजियम जावांगे, ठीक है, तो डाउन द ग्रुप बेसिक करैक्टर इनक्रीज करेगा। मोस्ट बेसिक इज सीजियम हाइड्रोक्साइड। सॉल्वे प्रोसैस इज यूज फॉर द मैन्युफैक्चर ऑफ सोडियम कार्बोनेट, तो ये भी क्वेश्चन आया सीगा। विच ऑफ द फॉलोइंग इज स्ट्रोंगेस्ट बेस, तो डाउन द ग्रुप जिहड़ा आ अपने को बेसिक करैक्टर इनक्रीज हुंदा, तो हुणे पढ़ के हटे आ, तो ये जिहड़ा हो गया अपने को एल्कलाइन अर्थ मैटल ने, तो डाउन द ग्रुप अपने को इन्हां दा बेसिक करैक्टर इनक्रीज करेगा। एस ब्लॉक नूं आपां रिड्यूसिंग एजेंट बोलते हैं, तो ये भी क्वेश्चन आया सीगा। रिड्यूसिंग एजेंट तो मतलब हुंदा है कि जिहड़े रिड्यूसिंग एजेंट, एक हुंदे रिड्यूसिंग एजेंट, एक हुंदे ऑक्सीडाइजिंग एजेंट। रिड्यूसिंग एजेंट मतलब दूसरे दी रिडक्शन करनी, ठीक है, अपनी ऑक्सीडेशन। ऑक्सीडेशन तो मतलब हुंदा है लॉस ऑफ इलैक्ट्रॉन, और रिडक्शन तो मतलब हुंदा गेन ऑफ इलैक्ट्रॉन। तो जिहड़ियां एस ब्लॉक दे एलीमेंट आ वो अपनी ऑक्सीडेशन करते हैं, मतलब इलैक्ट्रॉन दिंदे आ ना कि लैंदे आ। तो ये दूसरे नूं इलैक्ट्रॉन देणगे, मतलब दूसरे नूं रिड्यूस करवा रहे, आप ऑक्सीडाइज हो रहे हैं। ऑक्सीडाइजिंग एजेंट रिवर्स हुंदा। ऑक्सीडाइजिंग एजेंट मतलब अपनी इन्हां ने रिडक्शन करवानी है, रिवर्स अपना, ठीक है, दूसरे नूं ऑक्सीडाइज करना, मतलब दूसरे तो इलैक्ट्रॉन लेने ने आप। तो जिहड़े एल्कली मैटल आ वो इलैक्ट्रॉन मतलब एस ब्लॉक दे मैटल्स लैंदे नहीं आ, दिंदे आ, दैट्स वाई इट बिहेव एज अ रिड्यूसिंग एजेंट। हार्डनेस ऑफ वाटर ड्यू टू कैल्शियम एंड मैग्नीशियम, तो अपर मोस्ट लेयर इज एक्सोस्फीयर। रीजन कंटेनिंग वाटर वेपर इज कॉल्ड ट्रोपोस्फीयर। तो ये इन्वायरमेंट केमिस्ट्री के क्वेश्चन सीगे, ठीक है जी। तो नैक्सट जिहड़ा वो डिस्कस करते हैं नैक्सट सैंपल पेपर। तो इत्थे अपने को यूनिट्स ऑफ मोलैलिटी, मोलैलिटी का फॉर्मूला हुंदा नंबर ऑफ मोल्स ऑफ सल्यूट, ठीक है, डिजोल्वड इन जिहड़ा पर kg ऑफ सॉल्वेंट, मतलब मोल्स नूं आपां मोल च मेजर करांगे, पर kg दिस, ठीक है। तो ऑप्शन इज डी, मोल पर kg। एवोगैड्रो नंबर इज 6.022 × 10⁻23 एटम्स, ठीक है। लॉ ऑफ मल्टीपल प्रपोर्शन, तो वैसे तो ये क्वेश्चन आया नहीं गा कदे, हुण इहदे च आया। तो लॉ ऑफ मल्टीपल प्रपोर्शन, सो अकॉर्डिंग टू लॉ ऑफ मल्टीपल प्रपोर्शन, तो मल्टीपल प्रपोर्शन च कहते हैं कि जिहड़ा अगर अपने को 2 कंपाउंड कंबाइन करते पे आ,
ਤਾਂ ਇੱਕ ਜਿਹੜਾ ਆ ਇੱਕ ਸੇਮ ਕੰਪਾਊਂਡ ਬਣਾਉਂਦਾ ਪਿਆ ਤਾਂ ਦੂਸਰਾ ਵੀ, ਤੋਂ ਆਪਾਂ ਇਹਨਾਂ ਦੀ ਰੇਸ਼ੋ ਸੇਮ ਲੈਂਦੇ ਹਾਂ, ਠੀਕ ਹੈ ਜੀ। ਤੋ ਇਹਦੀ ਡੈਫੀਨੇਸ਼ਨ ਦੇ according to definition, the law of multiple proportion states that if two elements form more than one compound, then the ratio of the masses of the second element which combine with the fixed mass of the first element will always be ratio of same whole number। ਤੋ ਇਹਦੇ 'ਚ ਜਿੱਦਾਂ ਆਪਣੇ ਕੋਲ N2 ਆ, ਇਹਦਾ ਜਦੋਂ ਤੁਸੀਂ ਮਾਸ ਸੋਲਵ ਕਰੋਗੇ, ਠੀਕ ਹੈ ਜੀ, ਤੋ ਇਹਦੇ 'ਚ ਜਿਹੜੀ ਰੇਸ਼ੋ ਆਏਗੀ ਪਹਿਲੇ ਦੀ ਔਰ ਸੈਕਿੰਡ ਦੀ ਸੇਮ ਆਏਗੀ, ਠੀਕ ਹੈ ਜੀ। ਤੋ ਆਪਸ਼ਨ ਇਜ਼ N2। ਵਟ ਇਜ਼ ਦੀ ਮੋਲ ਫ੍ਰੈਕਸ਼ਨ ਆਫ ਸੋਲਿਊਟ। ਤੋ ਇੱਥੇ ਮੋਲ ਫ੍ਰੈਕਸ਼ਨ ਕਿੱਦਾਂ ਫਾਈਂਡ ਕਰਾਂਗੇ ਅਗਰ ਐਕੁਅਸ ਸੋਲਿਊਸ਼ਨ ਦਿੱਤਾ ਹੋਇਆ। ਤੋ ਯਾਦ ਰੱਖਣਾ 1m ਇਜ਼ ਨੰਬਰ ਆਫ ਮੋਲਸ ਆਫ ਸੋਲਿਊਟ, ਠੀਕ ਹੈ ਜੀ। ਤੋ ਨੰਬਰ ਆਫ ਮੋਲਸ ਆਫ ਸੋਲਿਊਟ ਕਿੰਨੇ ਆ ਗਏ 1। ਨਾ ਵਾਟਰ ਇਜ਼ ਸੋਲਵੈਂਟ, ਤੋ ਵਾਟਰ ਦਾ ਹਮੇਸ਼ਾ ਆਪਾਂ 1000 ਲੈਂਦੇ ਹਾਂ, ਠੀਕ ਹੈ। ਗਿਵਨ ਵੇਟ 18 ਗ੍ਰਾਮ ਇਜ਼ ਦੀ ਮੋਲੀਕੂਲਰ ਵੇਟ, ਠੀਕ ਹੈ। ਤੋ ਇਹਨੂੰ ਜਦੋਂ ਤੁਸੀਂ ਸੋਲਵ ਕਰੋਗੇ ਮੋਲੈਲਿਟੀ ਆਏਗੀ 50, ਮਤਲਬ ਮੋਲਸ ਆਉਣਗੇ 55.5, ਠੀਕ ਹੈ ਜੀ। ਤੋ ਇੱਥੇ ਆਪਾਂ ਨੂੰ 1 ਗਿਵਨ ਹੈ, 1 ਇਜ਼ ਦੀ ਨੰਬਰ ਆਫ ਮੋਲਸ ਆਫ ਸੋਲਿਊਟ, ਤੋ ਟੋਟਲ 55.5 ਪਲੱਸ 1। ਤੋ ਜਦੋਂ ਆਪਾਂ ਸੋਲਵ ਕਰਾਂਗੇ 155.6, ਤੋ ਆਨਸਰ ਇਜ਼ 0.0177। ਮੋਲੈਲਿਟੀ ਆਫ ਪਿਓਰ ਵਾਟਰ ਤੇ ਹੁਣੇ ਪਿੱਛੇ ਸੋਲਵ ਕੀਤਾ, ਦੈਟ ਇਜ਼ 55.5। ਨੈਕਸਟ ਡੈਸੀਗਨੇਸ਼ਨ ਆਫ ਐਨ ਆਰਬਿਟਲ, ਤੋ N4 ਆ, ਠੀਕ ਹੈ ਜੀ। N4 L3 ਹੁੰਦਾ F ਲਈ, ਤੋ 4F। ਤੋ ਸਾਈਨ ਆਫ ਲੋਬਸ ਮਤਲਬ ਜਿੱਦਾਂ ਆਪਾਂ ਲੋਬਸ ਲੈਂਦੇ ਨਾ ਪਲੱਸ ਮਾਈਨਸ, ਤੋਂ ਇਹ ਵੇਵ ਫੰਕਸ਼ਨ ਹੁੰਦੇ ਆ, ਠੀਕ ਹੈ, ਕਿ ਇਹ ਪਲੱਸ ਵੇਵ 'ਚ ਔਰ ਇਹ ਮਾਈਨਸ 'ਚ। ਤੋ ਨੈਕਸਟ ਵੈਲਿਊ ਆਫ ਰੇਡੀਅਲ ਨੋਟਸ ਫॉर 3D ਦਾ ਫਾਰਮੂਲਾ ਅਪਲਾਈ ਕਰੋ, n-l-1। ਤੋ n ਇਜ਼ 3, l ਲਈ d ਹੁੰਦਾ 2, ਤੋ -1, ਤੋ ਆਪਣੇ ਕੋਲ ਆਨਸਰ ਆਏਗਾ 0। ਵਿਚ ਇੰਪੋਸੀਬਲ, ਤੋ 3F ਬਿਕੋਜ਼ F ਜਿਹੜਾ ਆ ਆਪਾਂ ਹੁਣੇ ਕਰਕੇ ਹਟੇ ਆ ਸਟਾਰਟ ਹੁੰਦਾ ਆ 4 ਤੋਂ। ਹੂ ਡਿਸਕਵਰ ਕੈਥੋਡ ਰੇ ਮਤਲਬ ਇਲੈਕਟ੍ਰੋਨ, ਐਨੋਡ ਰੇ ਮਤਲਬ ਜਿਹੜੇ ਆ ਆਪਣੇ ਕੋਲ ਪ੍ਰੋਟੋਨ। ਤੋ ਇਲੈਕਟ੍ਰੋਨ ਨੂੰ ਡਿਸਕਵਰ ਕੀਤਾ ਸੀ J.J. ਥੋਮਸਨ। ਹੌਰੀਜ਼ੋਨਟਲ ਰੋ ਆਰ ਪੀਰੀਅਡਸ। ਕਿੰਨੇ ਪੀਰੀਓਡਿਕ ਟੇਬਲ 'ਚ ਪੀਰੀਅਡ ਹੁੰਦੇ ਆ 7 ਹੁੰਦੇ ਆ। ਗਰੁੱਪ ਕਿੰਨੇ ਨੇ 18। ਤੋ ਨੈਕਸਟ ਕੁਐਸਚਨ ਇਲੈਕਟ੍ਰੋਨੈਗੇਟਿਵ ਐਟਮ, ਤੋ ਲੈਫਟ ਟੂ ਰਾਈਟ ਇਲੈਕਟ੍ਰੋਨੈਗੇਟਿਵਿਟੀ ਇਨਕਰੀਜ਼ ਕਰਦੀ ਹੈ। ਤੋ ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਜਿਹੜੀ ਫੈਮਿਲੀ ਹੁੰਦੀ ਆ ਉਹ ਹੈਲੋਜਨ ਹੁੰਦੀ ਆ। ਤੋ ਡਾਊਨ ਦਾ ਗਰੁੱਪ ਇਲੈਕਟ੍ਰੋਨੈਗੇਟਿਵਿਟੀ ਡਿਕਰੀਜ਼ ਕਰਦੀ ਹੈ। ਤੋ ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਇਜ਼ ਫਲੋਰੀਨ। ਨੋਬਲ ਗੈਸਿਸ ਤੋਂ ਕੁਐਸਚਨ ਆਇਆ ਸੀਗਾ, 18ਵਾਂ ਗਰੁੱਪ ਇਜ਼ ਨੋਬਲ ਗੈਸਿਸ। ਪੂਅਰ ਕੰਡਕਟਰ ਆਫ ਇਲੈਕਟ੍ਰੀਸਿਟੀ, ਤੋ ਪੂਅਰ ਕੰਡਕਟਰ ਮਤਲਬ ਜਿਹਦੇ 'ਚ ਆਇਨਸ ਨਾ ਬਣਨ, ਠੀਕ ਹੈ, ਤੋ ਹੁੰਦੇ ਆ ਕੋਵਲੈਂਟ ਕੰਪਾਊਂਡਸ। ਕ੍ਰਿਸਟਲ ਆਫ NaCl, ਜਦੋਂ ਇਹਨੂੰ ਆਪਾਂ ਬ੍ਰੇਕ ਕਰਾਂਗੇ ਤੋ ਇਟ ਵਿਲ ਫॉर्म Na+ ਔਰ Cl ਆਇਨਸ ਦਿਸ। ਕਾਰਬਨ ਡਾਈਆਕਸਾਈਡ, ਤੋਂ ਕਾਰਬਨ ਡਾਈਆਕਸਾਈਡ ਦਾ ਅਗਰ ਮੈਂ ਸਟਰਕਚਰ ਬਣਾਉਣਾ, ਕਾਰਬਨ ਤੋਂ 4 ਇਲੈਕਟ੍ਰੋਨ ਨੇ, ਆਕਸੀਜਨ ਤੋਂ 6 ਇਲੈਕਟ੍ਰੋਨ ਨੇ, ਠੀਕ ਹੈ। ਤੋ ਇਹ ਆਕਸੀਜਨ 2 ਬੌਂਡ ਬਣਾਉਂਦਾ, ਆ ਇਹਨਾਂ ਨੇ ਸ਼ੇਅਰ ਕਰ ਲਏ। ਸਿਮਿਲਰਲੀ ਇਹਨੇ ਵੀ ਸ਼ੇਅਰ ਕਰ ਲਏ। ਤੋ ਇਹਦੇ ਤੋਂ ਕਿੰਨੇ ਬਚੇ, ਇਹ ਤੋਂ 2 ਲੋਨ ਪੇਅਰ, ਇਹ ਤੋਂ ਵੀ 2 ਲੋਨ ਪੇਅਰ, ਕਾਰਬਨ ਦੇ ਸਾਰੇ ਯੂਜ਼ ਹੋ ਗਏ। ਤੋ ਸਟਰਕਚਰ ਕਿਹੜਾ ਆ this one। total number of electron pair in I3 negative, ਤੋ ਇਹਦੇ 'ਚ 9 ਲੋਨ ਪੇਅਰ ਹੁੰਦੇ ਆ। ਇੱਕ 'ਚ ਆਪਣੇ ਕੋਲ ਇੱਕ ਆਇਓਡੀਨ 'ਚ 3 ਹੋਣਗੇ, ਤੋ ਇੱਥੇ 3 ਆਇਓਡੀਨ ਆ, ਤੋ 3 × 3 9। ਜ਼ੀਰੋ ਡਾਇਪੋਲ ਮੂਵਮੈਂਟ, ਤੋ ਇਹ ਕੁਐਸਚਨ ਆਇਆ ਸੀਗਾ, ਮਤਲਬ ਇਹਦੇ ਰਿਲੇਟਡ ਆਇਆ ਸੀਗਾ। ਆਕਸੀਜਨ ਮੋਰ ਇਲੈਕਟ੍ਰੋਨੈਗੇਟਿਵ, ਆਪਣੇ ਵਾਲੇ ਇਲੈਕਟ੍ਰੋਨ ਪੁੱਲ ਕਰੇਗਾ, ਡਾਇਪੋਲ ਮੂਵਮੈਂਟ ਐਡ ਹੋਏਗੀ। ਕਾਰਬਨ ਡਾਈਆਕਸਾਈਡ ਲੀਨੀਅਰ ਇਨ ਸ਼ੇਪ, ਹੁਣੇ ਪੜ੍ਹਿਆ। ਆਕਸੀਜਨ ਇੱਧਰ ਨੂੰ ਖਿੱਚ ਰਿਹਾ, ਇਹ ਵਾਲਾ ਇੱਧਰ ਨੂੰ, ਤਾਂ ਕੈਂਸਲ ਆਊਟ, ਇਹਦੀ 0 ਡਾਇਪੋਲ ਮੂਵਮੈਂਟ। ਨੈਕਸਟ ਟਰਮ ਕੋਵਲੈਂਟ ਬੌਂਡ ਲੈਂਗਮੇਅਰ ਨੇ ਦਿੱਤੀ ਸੀਗੀ। ਆਇਨਿੰਗ ਬੌਂਡ ਜਿਹੜੇ ਹੁੰਦੇ ਨੋਨ ਡਾਇਰੈਕਸ਼ਨਲ ਨੋਨ ਰਿਜਿਡ ਹੁੰਦੇ ਆ। H2 ਦਾ ਸਟਰਕਚਰ ਬਣਾਇਆ ਸੀ ਆਪਾਂ ਨੇ, ਤੋ ਇਹ ਆ V ਸ਼ੇਪਡ, ਜਾਂ ਇਹਨੂੰ ਆਪਾਂ ਬੈਂਟ ਸ਼ੇਪਡ ਬੋਲਦੇ ਹਾਂ। ਟਰਾਈ ਐਟੋਮਿਕ ਆ ਨਾ, 1 2 3 ਐਟਮਸ। D2O ਹੈਵੀ ਵਾਟਰ ਇਜ਼ ਯੂਜ਼ਡ ਇਨ ਨਿਊਕਲੀਅਰ ਇੰਡਸਟਰੀ,
ठीक है, न्यूक्लियर रिएक्टर 'ਚ यूज़ किया जाता। तो कार्बाइड कैल्शियम कार्बाइड रिएक्ट विद हैवी वाटर, तो कैल्शियम कार्बाइड जिहड़ा हुंदा C3, तो ये इन्ना रिएक्ट करके C2D2 देगा। ठीक है, तो रिएक्शन देती हुई है। सिंगल मॉलिक्यूल कैन हैव फॉर्म हाउ मैनी हाइड्रोजन बॉन्ड एट अ टाइम, तो वाटर का मॉलिक्यूल है, तो वाटर है, तो आ हाइड्रोजन तो 2 बनते पे, बट ड्यू टू हाइड्रोजन बॉन्डिंग आ एक होर बॉन्ड बन गया। ठीक है, हाइड्रोजन बॉन्डिंग करके 4 बनते हैं एट अ टाइम। स्ट्रक्चर ऑफ हाइड्रोजन परऑक्साइड, तो हाइड्रोजन ये क्वेश्चन आया सीगा, हाइड्रोजन परऑक्साइड का नॉन प्लेनर स्ट्रक्चर होंदा, ओपन बुक शेप बोलते हैं इनू। एक्शन ऑफ वाटर और डिल्यूट मिनरल एसिड ऑन मेटल्स, तो आ मेटल है, आ मैं डिल्यूट एसिड ले लिया, तो इट विल फॉर्म जिंक सल्फेट एंड हाइड्रोजन गैस। ठीक है जी। नेक्स्ट क्वेश्चन, विच ऑफ द फॉलोइंग एल्कलाइन अर्थ मेटल सॉल्ट डज नॉट इम्पार्ट एनी कलर, तो मैग्नीशियम एंड कैल्शियम नूं छड्ड के बाकी सारे जिहड़े आ ओह कलर दिंदे। बरिलियम, तो बरिलियम जिहड़ा है सैकेंड ग्रुप है, तो ये एलूमीनियम नाल डायगोनल रिलेशनशिप शो करदा, ये भी क्वेश्चन आया सी। नेक्स्ट जनरल इलेक्ट्रॉनिक कन्फिगरेशन ऑफ एस, तो एस एल्कलाइन अर्थ मेटल एंड एल्कली मेटल्स, तो एल्कलाइन अर्थ मेटल च 2, एल्कली मेटल च 1, तो 1 to 2। हाईएस्ट नैगेटिव रिडक्शन पोटेंशियल, तो लीथियम का होंदा। ठीक है, तो ये स्ट्रॉन्ग रिड्यूसिंग एजेंट बिहेव करता। बाय एडिंग जिप्सम, तो जो मतलब आप सीमेंट च वाटर पाਉਂਦੇ हैं तो बहुत जल्दी हार्ड हो जाता, तो ਉਹਦੀ ਹਾਰਡਨਿੰਗ ਨੂੰ ਰੋਕਣ ਲਈ ਆਪਾਂ ਉਹਦਾ ਜਿਹੜਾ ਸੈਟਿੰਗ ਟਾਈਮ ਇਨਕਰੀਜ਼ ਕਰ ਦਿੰਦੇ ਹਾਂ ਕਿ ਉਹ ਜਲਦੀ ਹਾਰਡ ਨਾ ਹੋਵੇ। एयर पोल्यूशन मोस्ट इफेक्टेड इज ट्रोपोस्फीयर। प्राइमरी पोल्यूटेंट, तो ये क्वेश्चन आया सी, कार्बन मोनोऑक्साइड इज दी प्राइमरी पोल्यूटेंट। तो लास्ट डिस्कस करेंगे नंबर ऑफ सिग्निफिकेंट फिगर इन दिस, तो यू नो जो डेसीमल तो बाद नहीं कंसिडर करते आप, तो ये 5 सिग्निफिकेंट नहीं, हुण इत्थे डेसीमल तो बाद जिहड़ा आ तो इत्थे 0 नहीं आ। ठीक है, अगर 0 होंदी फिर नहीं कंसिडर करना था। हुण डिजिट आ गया 1 2 3 4 5, तो 5। शेप ऑफ ऑर्बिटल इज गिवन बाय एजीमुथल क्वांटम नंबर, क्योंकि स्पिन दिंदा आपां नूं ओहदी कि एंटी क्लॉकवाइज है क्लॉकवाइज है। प्रिंसीपल आपां नूं दसदा है कितना साइज़ आ। मैगनैटिक क्वांटम नंबर आपां नूं दसदा है कि ओरीएंटेशन किहो जी है, किन्ने मतलब किहदे च किन्ने ऑर्बिटल प्रेजेंट ने। CO मॉलिक्यूल च अपने को ट्रिपल बॉन्ड होंदा, कार्बन मोनोऑक्साइड। रेडियो एक्टिव आइसोटॉप इज ट्रिटियम। इन केस ऑफ peroxide बॉन्ड एंगल इज 101.9। परमानेंट हार्डनेस इज ड्यू टू दी, तो उत्थे ਜਿਹੜੀ ਆਪਾਂ ਨੇ ਹੁੰਦੀ ਹੈ ਟੈਂਪਰੇਰੀ ਡਿਊ ਟੂ ਕੈਲਸ਼ੀਅਮ ਕਾਰਬੋਨੇਟਸ, ਬਟ ਇੱਥੇ ਪਰਮਾਨੈਂਟ ਇਜ਼ ਡਿਊ ਟੂ ਦੀ ਕਲੋਰਾਈਡਸ ਐਂਡ ਸਲਫੇਟ, ਨੋਟ ਬਾਈਕਾਰਬੋਨੇਟ। ਬਾਈਕਾਰਬੋਨੇਟ ਲਈ ਹੁੰਦੀ ਹੈ ਟੈਂਪਰੇਰੀ। बाय एडिंग जिप्सम, तो सेम सेटिंग टाइम इंक्रीजेस। हाइड्रोजन बॉन्ड याद रखना, हाइड्रोजन बॉन्ड इज जनरली FON, फोन मतलब फ्लोरीन ऑक्सीजन और नाइट्रोजन बनाते हैं, तो HF। बरिलियम डायगोनल रिलेशनशिप शो करेगा एल्यूमीनियम नाल। मोस्ट इलैक्ट्रोनैगेटिव एटम इज फ्लोरीन। हाईएस्ट आयनाइजेशन पोटेंशियल, तो जिहड़ा आ लैफ्ट टू राइट, हुण इत्थे नाइट्रोजन आ, फ्लोरीन आ और नियोन आ गया हीलियम। लैफ्ट टू राइट इंक्रीजेस, तो मतलब नियोन। हुण हीलियम और नियोन जिहड़े आ डाउन द ग्रुप आ, तो डाउन द ग्रुप जिहड़ा आ डिक्रीजेस, तो मतलब हीलियम दी ज़्यादा होगी। स्मॉलेस्ट डिटाइन, ग्रेटर दी चार्ज पॉजिटिव चार्ज, स्मॉलर विल बी दी साइज, तो ग्रेटर पॉजिटिव चार्ज की देते हैं एल्यूमिनियम 3+। एटॉमिक नंबर 33 है। ठीक है, तो इन विच ग्रुप इट विल प्लेस्ड, तो 33 मतलब सॉरी पीरियड पूछा, तो KLMN 2 8 18 कितने इलेक्ट्रॉन हो गए अपने को 28 फिल करते। ठीक है, तो बचे कितने 5, तो कितने पीरियड्स आ रहे ने 4। सीरियम बिलोंग्स टू F block, हैवी वाटर is D2O। अ मिक्सचर ऑफ सैंड एंड आयोडीन, तो मतलब ਉਹਨੂੰ ਆਪਾਂ आयोडीन इज बोथ आर सॉलिड, तो ਉਹਨੂੰ ਆਪਾਂ ਸਬਲੀਮੇਸ਼ਨ ਦੇ ਥਰੂ ਹਰੇਕ ਦਾ ਅਲੱਗ-ਅਲੱਗ ਜਿਹੜਾ
ਹੋਏਗਾ ਤਾਂ ਉਹਨੂੰ ਆਪਾਂ ਸੈਪਰੇਟ ਕਰ ਸਕਦੇ ਹਾਂ। ਟੋਟਲ ਨੰਬਰ ਆਫ ऑर्बिटल ਐਸੋਸੀਏਟਡ ਵਿਦ ਥਰਡ ਸ਼ੈਲ। तो थर्ड शेल देखो, इन केस ऑफ हाइड्रोजन 1s 2s एंड 2p दी सेम एनर्जी, 3s 3p एंड 3d दी सेम एनर्जी। तो थर्ड आह हो गया। तो 3s च किन्ने इलैक्ट्रॉन s एक हुंदा, p किन्ने हुंदे आ 3, d किन्ने हुंदे आ 5। तो टोटल किन्ने हो गए 9। कैल्शियम कार्बोनेट गैस इज इवॉल्व। तो कैल्शियम कार्बोनेट ਨੂੰ ਜਦੋਂ ਆਪਾਂ ਕਰਦੇ हैं हीट तो कैल्शियम ऑक्साइड बनता और कार्बन डाइऑक्साइड गैस। पिरामिडल स्ट्रक्चर तो आया सी क्वेश्चन। तो हमने अपन ने पिछे पढ़िया कि वाटर का तो स्ट्रक्चर वी शेप्ड होंगे, ठीक है। तो BF3 इज ट्रिगनल प्लेनर, SiF4 इज ये टेट्राहेड्रल स्ट्रक्चर कार्बन का। तो पिरामिडल इज NH3। पिरामिडल होंगे है कि नाइट्रोजन की कन्फिगरेशन इज N, ठीक है। तो अपने को हो गए p ऑर्बिटल। तो ये को 3, ठीक है जी 1 2 3। तो आह 3 हाइड्रोजन बन गए, एक लोन पेयर। तो आह लोन पेयर, 3 हाइड्रोजन। तो दिस इज कॉल्ड पिरामिडल स्ट्रक्चर। नेक्स्ट क्वेश्चन 373 है, ठीक है। तो 373 ਨੂੰ ਆਪਾਂ ਨੇ वट विल बी दी रीडिंग इन सेल्सियस। तो 373 चो 273 माइनस कर दो 100 डिग्री सेल्सियस। आइसोइलेक्ट्रॉन मतलब जिन्होंने सेम इलैक्ट्रॉन हो, अपने को सोडियम प्लस सोडियम का एटॉमिक नंबर 11 होंगे, एक माइनस कर दो 10। मैग्नीशियम का एटॉमिक नंबर 12, 2 + 4 2 माइनस कर दो 10। तो मतलब दोनों च सेम इलैक्ट्रॉन। ClF3 का स्ट्रक्चर बनाना, ठीक है। तो लोन पेयर किन्ने होंगे सेंट्रल एटम ते वो फाइंड करने। तो क्लोरीन इज 3s2 3p5, ठीक है। तो इत्थे 3p5 होंगे, 2 ये 1 ये, ठीक है जी। नाउ वी कैन डी प्रेजेंट आ 3d। तो आ गया 3d। तो अपन किन्ने अनपेड चाहिए, 3 बॉन्डेड आ, 3 बॉन्डेड चाहिए, 3 अनपेड चाहिए। एक आ हो गया अनपेड। तो एक इनू आप इत्थों एक्साइट करवा देंगे। तो जो इनू अपने इत्थों एक्साइट करवाता, आ 3 अनपेड हो गए 1 2 3। तो 3 बॉन्ड पेयर बन गए। तो जोड़े 2 पेयर वाले किन्ने आ रहे हैं 2। तो लोन पेयर किन्ने हो गए 2। आइसोटोप नोट आइसोटोप जिन्हों च, तो देखो जिन्हों का एटॉमिक नंबर सेम आ वो आइसोटोप होंगे। 66 आइसोटोप, 77 आइसोटोप, 67 आइसोटोप नहीं है, आइसोबार्स आ। मैक्सिमम नंबर ऑफ हाइड्रोजन वाटर मॉलिक्यूल तो हमने एक्सप्लेन किया 4। डू नॉट इम्पार्ट कलर। तो बरिलियम और मैग्नीशियम छड्ड के बाकी सारे कलर देंगे। तो बरिलियम एंड मैग्नीशियम। डेफिशेंट हाइड्राइड इज B2H6 क्योंकि ये अपने को जोड़े आ मतलब 2 बोरन दे विच आपस च बॉन्ड बनता, आपस नहीं मतलब ये जोड़ा आ ब्रिजिंग बॉन्ड बनते हैं, ठीक है। एक जोड़ा आ ये डेफिशेंट होंगे हैं क्योंकि इतों तो लोन पेयर आ, इधर तो भी लोन पेयर आ, यदी कंप्लीट होंगी आ। तो ये B2H6 इज डेफिशेंट। तो आ क्वेश्चन आया सीगा हाइब्रिडाइजेशन ऑफ कार्बन इन SCN। तो दिस इज, ठीक है, स्ट्रक्चर ऑफ हाइड्रोजन साइनाइड। तो कार्बन का सिग्मा बॉन्ड आ, जिन्ने सिग्मा उन्नी हाइब्रिडाइजेशन। ट्रिपल बॉन्ड च 2 पाई होंगे, एक सिग्मा होंगे। तो टोटल सिग्मा किन्ने हो गए 2 सिग्मा हो गए, ठीक है जी। तो 2 सिग्मा मतलब एक S एक P। तो SP विच इज़ नॉट अ करैक्टरिस्टिक। तो इन्हों की हाई आयोनाइजेशन नहीं होंगी, इन्हों की लो आयोनाइजेशन एनर्जी होंगी है। ऑक्सीडेशन स्टेट कितना फाइंड कर सकते हैं, जिमें हुण 2 हाइड्रोजन आ, इनू मान लो सॉरी ऑक्सीडेशन नंबर फाइंड करना ऑक्सीजन का। तो 2 ऑक्सीजन आ, उन्होंने मान लिया X। हुण ये नॉन मैटल के नाल बाइंडेड आ, तो यह बिहेव करेगा +1। तो 2 हाइड्रोजन आ, एक ते +1, तो 2 ते +2, ठीक है जी। तो उधर जाके ये हो गया इधर 0, उधर जाके हो गया -2। तो X 2 / 2 इज -1। तो आंसर इज -1। प्लास्टर ऑफ पेरिस, ठीक है। तो प्लास्टर ऑफ पेरिस जो सैट करता है हार्ड मास, तो मतलब वो वाटर ऐड करते हैं, POP है, ठीक है। तो POP च अपने वाटर ऐड किया तो जिप्सम बन गया। जिप्सम जोड़ा द फॉर्मूला होंगे कैल्शियम सल्फेट 2 मॉलिक्यूल्स ऑफ वाटर। L3 मतलब N4 4, L3 इज 4F। तो 4F डायमैग्नेटिक मतलब जिहदे च अपने को सारे दे सारे पेयर्ड होण।
तो He2+, तो मतलब आह हीलियम इन्हों सारा MOT बना के देखते हैं। एक तो प्लस आ, ठीक है, तो एक 2 इलैक्ट्रॉन रहणगे, तो 1s सिग्मा 1s सिग्मा 1s स्टार। ठीक है, जे समझ नहीं आई तो MOT के लैक्चर मेरे पे हुए ने, कैमिकल बॉन्डिंग की प्लेलिस्ट आ, तुसीं उहदे च देख सकते हो। तो ਇਹਦੇ ਤੇ प्लस नहीं आ, ਇਹਦੇ ਤੇ प्लस आ, तो एक इलैक्ट्रॉन ਆਪਾਂ ਨੇ बाहर ਕੱਢਤਾ। ठीक है जी, तो 3 इलैक्ट्रॉन पहला लो एनर्जी वाला, तो इच अनपेड आ गए। H2 मतलब एक ते प्लस एक नॉर्मल 0 कोई भी नहीं, आह सिग्मा 1s सिग्मा 1s स्टार, तो एक इलैक्ट्रॉन पेड आ गए। ठीक है, तो ये तो पेड आ गए सारे। H2 नेगेटिव, H2 नेगेटिव मतलब हाइड्रोजन, हाइड्रोजन। ठीक है, तो मतलब एक च ਜਿਹੜੇ ਆਪਣੇ को 2 इलैक्ट्रॉन आ जाएंगे, क्योंकि हाइड्रोजन का 1 होंगे, एक नैगेटिव आ गया मतलब एक च 2 आ गए, तो ये भी 3 सिग्मा 1s सिग्मा 1s स्टार, एक 2 एक अनपेड आ गया, तो बचा केड़ा H2। H2 होंदा आ अपने को 1 1, ਇਹਦੇ ਚ भी 1, तो ਇਹਦੇ ਚ 1 आ और ਇਹਦੇ ਚ भी 1 आ, तो जब तुम ਇਹਨੂੰ फिल करोगे 2 इलैक्ट्रॉन आह पेड आ गए, तो ऑप्शन इज H2। ठीक है जी, नैक्सट क्वेश्चन डायपोल मूवमेंट, तो जिहदे च डायपोल मूवमेंट होएगी एच टेट्राहेड्रल 0, लीनियर स्ट्रक्चर 0, BF3 कैंसल आउट 0, तो H2O होएगी। शॉर्टेस्ट बॉन्ड लेंथ, तो इत्थे O2 पॉजिटिव की शॉर्टेस्ट नहीं होंगी, O2 नैगेटिव की शॉर्टेस्ट है, रॉन्ग दिता होया। O2 पॉजिटिव की होंगी 2.5, O2 नैगेटिव की होंगी 1, O2 नैगेटिव की 1.5, ਇਹਦੀ ਹੁੰਦੀ ਆ 2, तो शॉर्टेस्ट O2 नैगेटिव, पॉजिटिव नहीं होना, गलत दिता होया। आयनाइजेशन एनर्जी किहदी ज़्यादा होएगी, तो पहला तो जिहदी फुली फिल्ड आ या हाफ फिल्ड ਉਹਦੀ सब तो ज़्यादा, तो फुली फिल्ड ਇਹਦੀ भी नहीं है, ਇਹਦੀ भी नहीं है, ਇਹਦੀ हाफ फिल्ड आ, तो ਇਹਦੀ सब तो ज़्यादा। तो इसी सैंपल पेपर, ठीक है, 3 सैंपल पेपर सीगे, तो एक्यूरेट की बुक च दिते, तो वही सॉल्व करवाया, तो मोस्टली जो साडा पेपर होया रिवीजन टेस्ट पेपर ये ही आया, तो कंसैप्ट याद रखो। ठीक है, बाकी क्वेश्चन अपने आप सॉल्व हो जाएंगे, तो अज लिए आप इन्ना ही करांगे। ठीक है, कल देखूँगी अगर साडे जिहड़े पिछले अनसॉल्वड आ वो सॉल्व करवा दूँगी। ठीक है जी, थैंक यू फॉर वॉचिंग, प्लीज़ लाइक शेयर सब्सक्राइब माई चैनल, ऑल्सो प्रेस लाइक बटन, थैंक यू।